ਸਤਿ ਸ਼੍ਰੀ ਅਕਾਲ ਦੋਸਤੋ। ਲਵ 23 ਲੈਂਡ ਦਿਲ ਸੇ ਬਾਈ ਨੀਲੂ ਨੂੰ ਪਿਆਰ ਦੇਣ ਦੇ ਲਈ ਤਹਿ ਦਿਲੋਂ ਸ਼ੁਕਰੀਆ। ਮੈਂ ਹਾਂ ਨੀਲੂ ਸ਼ਰਮਾ। ਜਿਸ ਤਰ੍ਹਾਂ ਤੁਸੀਂ ਮੇਰੀਆਂ ਕਹਾਣੀਆਂ ਨੂੰ ਪਿਆਰ ਦੇ ਰਹੇ ਹੋ, ਉਸ ਨਾਲ ਮੈਨੂੰ ਮੋਟੀਵੇਸ਼ਨ ਵੀ ਮਿਲ ਰਹੀ ਹੈ ਕਿ ਮੈਂ ਹੋਰ ਵੀ ਵਧੀਆ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂ। ਇਹ ਸਿਰਫ ਕਹਾਣੀਆਂ ਹੀ ਨਹੀਂ, ਬਲਕਿ ਮੇਰੀ ਜ਼ਿੰਦਗੀ ਦੇ ਵਿੱਚ ਆਏ ਕੁਝ ਲੋਕਾਂ ਦੀ ਹੱਡਬੀਤੀ ਵੀ ਹੈ, ਜਿਸ ਨੂੰ ਮੈਂ ਸ਼ਬਦਾਂ ਦੇ ਵਿੱਚ ਪਿਰੋਣ ਦੀ ਕੋਸ਼ਿਸ਼ ਕਰਦੀ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਡੇ ਸਾਹਮਣੇ ਸਮਾਜ ਦੇ ਵੱਖ-ਵੱਖ ਹਿੱਸਿਆਂ ਦੀ ਤਸਵੀਰ ਪੇਸ਼ ਕਰਾਂ ਤਾਂ ਜੋ ਸਾਨੂੰ ਸਹੀ ਤੇ ਚੰਗੀ ਸੇਧ ਮਿਲ ਸਕੇ। ਤੇ ਅੱਜ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ। ਗੱਲ ਉਸ ਸਮੇਂ ਦੀ ਹੈ ਜਦੋਂ ਸਾਡਾ ਘਰ ਬਾਰਡਰ ਦੇ ਨਜ਼ਦੀਕ, ਯਾਨੀ ਕਿ ਬਿਲਕੁਲ ਨਜ਼ਦੀਕ ਹੋਇਆ ਕਰਦਾ ਸੀ। ਉਹ ਸਮਾਂ ਉਹ ਸੀ ਜਦ ਅਸੀਂ ਬਾਰਡਰ ਦੇ ਉਸ ਪਾਰ ਕੁਝ ਦੇਰ ਦੇ ਲਈ ਸਿਰਫ ਜਾ ਸਕਦੇ ਸੀ, ਪਰ ਉੱਥੇ ਰਹਿ ਨਹੀਂ ਸਕਦੇ ਸੀ। ਟੈਕਨੋਲੋਜੀ ਦਾ ਯੁੱਗ ਨਹੀਂ ਸੀ। ਮੇਰੇ ਘਰ ਦੇ ਵਿੱਚ ਮੇਰੀ ਮਾਂ, ਦਾਦਾ ਦਾਦੀ ਤੇ ਇੱਕ ਛੋਟਾ ਭਰਾ ਸੀ। ਪਾਪਾ ਖੇਤੀਬਾੜੀ ਦਾ ਕੰਮ ਕਰਦੇ। ਅੱਜ ਵਰਗੀ ਮਹਿੰਗਾਈ ਦਾ ਜ਼ਮਾਨਾ ਨਹੀਂ ਸੀ। ਘੱਟ ਦੇ ਵਿੱਚ ਵੀ ਘਰਾਂ ਦਾ ਗੁਜ਼ਾਰਾ ਹੋ ਜਾਂਦਾ ਸੀ। ਬਾਰਡਰ ਦੇ ਵਿਚਾਲੇ ਇੱਕ ਨਹਿਰ ਪੈਂਦੀ ਸੀ, ਕਾਫੀ ਵੱਡੀ ਸੀ। ਉਸ ਨੂੰ ਪਾਰ ਕਰਨਾ ਵੀ ਸੌਖਾ ਨਹੀਂ ਸੀ। ਇਸ ਲਈ ਬਾਰਡਰ ਉਸ ਪਾਰ ਵਾਲਿਆਂ ਨੇ ਇੱਕ ਕਿਸ਼ਤੀ ਰੱਖੀ ਹੋਈ ਸੀ। ਜਦ ਕਦੇ ਕਿਸੇ ਨੇ ਇੱਧਰ ਜਾਂ ਉੱਧਰ ਜਾਣਾ ਹੋਵੇ ਤਾਂ ਉਸ ਕਿਸ਼ਤੀ ਦੀ ਮਦਦ ਦੇ ਨਾਲ ਪਾਸ ਲੈ ਕੇ ਅਸੀਂ ਉਸ ਪਾਰ ਜਾ ਸਕਦੇ ਸਾਂ। ਦੋਨਾਂ ਮੁਲਕਾਂ ਦੀ ਵੰਡ ਤੋਂ ਪਹਿਲਾਂ ਸਾਡੀ ਜ਼ਮੀਨ ਤੇ ਮੇਰਾ ਸਕੂਲ ਬਾਰਡਰ ਦੇ ਉਸ ਪਾਰ ਰਹਿ ਗਿਆ ਸੀ, ਜਿਸ ਕਰਕੇ ਸਾਨੂੰ ਹਰ ਰੋਜ਼ ਘੰਟਿਆਂ ਤੱਕ ਕਿਸ਼ਤੀ ਦੇ ਵਿੱਚ ਆਪਣੀ ਵਾਰੀ ਲਈ ਉਡੀਕ ਕਰਨੀ ਪੈਂਦੀ। ਮੈਂ ਉਸ ਸਮੇਂ 11ਵੀਂ 'ਚ ਪੜ੍ਹਦਾ ਸੀ ਤੇ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਸਾਨੂੰ ਜਲਦੀ ਦੇ ਨਾਲ ਬਾਰਡਰ ਪਾਰ ਕਰ ਆਪਣੇ ਮੁਲਕ ਨੂੰ ਵਾਪਸ ਆਉਣਾ ਹੁੰਦਾ ਸੀ। ਇਸ ਲਈ ਉਸ ਸਮੇਂ ਤਾਂ ਸਕੂਲ ਦੇ ਪੀਰੀਅਡ ਦਾ ਸਮਾਂ ਵੀ ਘਟਾ ਕੇ 20 ਮਿੰਟ ਦਾ ਹੀ ਕਰ ਦਿੱਤਾ ਗਿਆ। ਮੇਰੇ ਸਕੂਲ ਜਾਣ ਤੋਂ ਲੈ ਕੇ ਘਰ ਵਾਪਸ ਆਉਣ ਤੱਕ ਘਰਦਿਆਂ ਦੇ ਸਾਹ ਸੁੱਕੇ ਰਹਿੰਦੇ ਕਿ ਸਾਡਾ ਬੱਚਾ ਅਜੇ ਤੱਕ ਘਰ ਨਹੀਂ ਆਇਆ। ਅਸਲ ਦੇ ਵਿੱਚ ਮੈਂ ਹੀ ਜਿੱਦ ਕੀਤੀ ਸੀ ਕਿ ਹੁਣ ਤੱਕ ਤਾਂ ਮੈਂ ਉਸੇ ਸਕੂਲ ਦੇ ਵਿੱਚ ਪੜ੍ਹਦਾ ਆਇਆ ਤੇ 1 ਸਾਲ ਤਾਂ ਬਚਿਆ, ਫਿਰ ਤਾਂ ਮੈਂ ਆਪਣੇ ਵਾਲੇ ਪਾਸੇ ਹੀ ਪੜ੍ਹਾਈ ਕਰਾਂਗਾ। ਪਰ ਮਾਪੇ ਤਾਂ ਮਾਪੇ ਹੀ ਹੁੰਦੇ ਨੇ, ਡਰ ਦੇ ਵਿੱਚ ਰਹਿੰਦੇ ਜਦ ਤੱਕ ਮੈਂ ਤੇ ਪਿੰਡ ਦੇ ਹੋਰ ਮੁੰਡੇ ਘਰ ਵਾਪਸ ਨਾ ਆ ਜਾਂਦੇ। ਸਕੂਲ ਪਹੁੰਚਣ ਤੋਂ ਪਹਿਲਾਂ ਨਦੀ ਪਾਰ ਕਰਕੇ ਪਹਿਲਾਂ 2 ਪਿੰਡਾਂ ਦੇ ਵਿੱਚੋਂ ਨਿਕਲਣਾ ਪੈਂਦਾ ਸੀ, ਜਿੱਥੇ ਇੱਕ ਵਾਰੀ ਮੇਰੀ ਨਜ਼ਰ ਹਰ ਰੋਜ਼ ਆਪਣਾ ਘਰ ਦਾ ਵਿਹੜਾ ਸਾਫ਼ ਕਰਦੀ ਇੱਕ ਕੁੜੀ ਤੇ ਪੈਂਦੀ ਹੈ। ਪਰ ਮੈਂ ਚੰਗੀ ਤਰ੍ਹਾਂ ਉਸ ਦੀ ਸ਼ਕਲ ਕਦੇ ਨਹੀਂ ਦੇਖੀ, ਪਰ ਮੈਂ ਚਾਹੁੰਦਾ ਸੀ ਉਹ ਮੈਨੂੰ ਦਿਖੇ, ਮੈਂ ਇੱਕ ਵਾਰ ਉਸ ਦਾ ਦੀਦਾਰ ਕਰਾਂ। ਪਰ ਉਸ ਵੇਲੇ ਦੇ ਬਣੇ ਹਾਲਾਤਾਂ ਨੇ ਸਾਨੂੰ ਸਭ ਨੂੰ ਚੌਕੰਨਾ ਕਰ ਰੱਖਿਆ ਸੀ। ਮੈਂ ਇੱਕ ਹਿੰਦੂ ਪਰਿਵਾਰ ਤੋਂ ਸੀ ਤੇ ਉਸ ਮੁਹੱਲੇ ਦੇ ਵਿੱਚੋਂ ਲੰਘਦੇ ਵੀ ਸਾਡੇ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਰਹਿੰਦੀਆਂ। ਜੇਕਰ ਗਲਤੀ ਦੇ ਨਾਲ ਵੀ ਕੋਈ ਗਲਤੀ ਕੀਤੀ ਤਾਂ ਜਾਨ ਵੀ ਜਾ ਸਕਦੀ ਸੀ। ਇਸ ਲਈ ਜਦੋਂ ਕੁੜੀ ਦੀ ਨਜ਼ਰ ਮੇਰੇ ਤੱਕ ਨਹੀਂ ਪੈਂਦੀ ਜਾਂ ਉਹ ਵੀ ਮੈਨੂੰ ਦੇਖਦੀ ਹੈ, ਮੈਂ ਇਸ ਵਿੱਚ ਕੋਈ ਰਿਸਕ ਨਹੀਂ ਲੈ ਸਕਦਾ ਸੀ। ਮੈਂ ਅੱਜ ਤੱਕ ਉਸਦੇ ਹੱਥਾਂ ਜਾਂ ਅੱਖਾਂ ਹੀ ਦੇਖਿਆ ਸਨ। ਚੁੰਨੀ ਦੇ ਨਾਲ ਲਪੇਟਿਆ ਉਸਦਾ ਮੂੰਹ, ਤੇ ਮੈਨੂੰ ਦੇਖ ਇੱਕਦਮ ਉਹ ਨੱਸ ਕੇ ਆਪਣੇ ਘਰ ਅੰਦਰਲੀ ਬਾਰੀ ਤੋਂ ਮੈਨੂੰ ਦੇਖਦੀ। ਲੱਗਦਾ ਸੀ ਕਿ ਸ਼ਾਇਦ ਉਹ ਵੀ ਮੇਰਾ ਪਹਿਲਾਂ ਦੇ ਵਾਂਗ ਇੰਤਜ਼ਾਰ ਕਰ ਰਹੀ ਹੋਵੇ। ਇਹ ਰੂਟੀਨ ਹਰ ਰੋਜ਼ ਦੀ ਬਣ ਗਈ। ਇਸੇ ਤਰ੍ਹਾਂ ਉਹ ਆਪਣੇ ਘਰ ਦੇ ਵਿਹੜੇ ਦੇ ਬਾਹਰ ਦਿਖਾਈ ਦਿੰਦੀ। ਇਸ ਤੋਂ ਪਹਿਲਾਂ ਸਾਨੂੰ ਦੋਨਾਂ ਨੂੰ ਨਜ਼ਰਾਂ ਮਿਲਾਉਂਦੇ ਕੋਈ ਦੇਖੇ, ਘਰ ਦੇ ਅੰਦਰ ਪੈਂਦੀ ਖਿੜਕੀ ਦੇ ਵਿੱਚੋਂ ਉਹ ਭੱਜ ਕੇ ਮੈਨੂੰ ਨਿਹਾਰਦੀ। ਪਰ ਉਸ ਸਮੇਂ ਕੀਤਾ ਵੀ ਕੁਝ ਨਹੀਂ ਜਾ ਸਕਦਾ ਸੀ। ਜੇ ਗਲਤੀ ਹੋਈ ਤਾਂ ਸਿਰ ਤੋਂ ਗਰਦਨ ਵੱਖ ਹੋ ਜਾਂਦੀ। ਪਰ ਮੈਨੂੰ ਮੌਕਾ ਚਾਹੀਦਾ ਸੀ। ਮੈਂ ਸੁਣਿਆ ਸੀ ਉਸ ਪਾਰ ਵਾਲੀਆਂ ਔਰਤਾਂ ਕਦੇ-ਕਦੇ ਡਾਕਟਰ ਨੂੰ ਦਿਖਾਉਣ ਜਾਂ ਕਿਸੇ ਹੋਰ ਜ਼ਰੂਰੀ ਕੰਮ ਵਾਸਤੇ ਨਦੀ ਪਾਰ ਕਰ ਸਾਡੇ ਇਸ ਪਾਸੇ ਵੱਲ ਨੂੰ ਆਉਂਦੀਆਂ ਨੇ। ਇੱਕ ਦਿਨ ਇਸੇ ਤਰ੍ਹਾਂ ਜਦ ਆਪਣੇ ਸਕੂਲ ਦੀ ਛੁੱਟੀ ਤੋਂ ਬਾਅਦ ਵਾਪਸ ਬੇੜੀ ਦੇ ਵਿੱਚ ਬੈਠਿਆ ਤਾਂ ਉਸ ਵਿੱਚ ਮੈਨੂੰ ਉਹੀਓ ਕੁੜੀ ਦਿਖੀ ਜਿਸ ਨਾਲ ਮੈਂ ਗੱਲ ਕਰਨਾ ਚਾਹੁੰਦਾ ਸੀ। ਪਰ ਉਸ ਨਾਲ ਉਸਦੀ ਆਂਟੀ ਵੀ ਸੀ, ਇਸ ਲਈ ਚੁੱਪ ਰਹਿਣ ਦੇ ਵਿੱਚ ਹੀ ਭਲਾਈ ਸਮਝੀ। ਪਰ ਉਸ ਦਿਨ ਉਸਨੇ ਮੌਕਾ ਦੇਖ ਇੱਕ ਪਰਚੀ ਮੇਰੇ ਪੈਰ ਵੱਲ ਸੁੱਟ ਦਿੱਤੀ, ਜਿਸ ਵਿੱਚ ਲਿਖਿਆ ਸੀ ਕਿ ਅਸੀਂ ਕੱਲ੍ਹ ਸ਼ਾਮ ਨਦੀ ਦੇ ਕਿਨਾਰੇ ਤੇ ਮਿਲਾਂਗੇ 5 ਵਜੇ। ਮੈਂ ਅਗਲੇ ਦਿਨ ਬਿਨਾਂ ਸਮਾਂ ਗਵਾਏ ਸ਼ਾਮ ਦੇ 4 ਵਜੇ ਹੀ ਕਿਨਾਰੇ ਤੇ ਉਸਦੀ ਉਡੀਕ ਕਰਦਾ। ਸ਼ਾਮੀ ਅੱਧਾ ਘੰਟਾ ਲੇਟ ਉਹ ਨਦੀ ਕਿਨਾਰੇ ਪਹੁੰਚੀ। ਸਾਦਗੀ ਭਰਿਆ ਮਾਸੂਮ ਜਿਹਾ ਚਿਹਰਾ, ਪਰ ਗੁੰਮਸੁਮ। ਜੋ ਮੈਨੂੰ ਉਸ ਦਿਨ ਨਾ ਬੁਲਾਉਂਦੀ ਤੇ ਸ਼ਾਇਦ ਇਹ ਕਹਾਣੀ ਅੱਧ ਵਿਚਾਲੇ ਹੀ ਰੁਕ ਜਾਂਦੀ। ਉਹ ਨਦੀ ਦੇ ਉਸ ਕਿਨਾਰੇ ਤੇ ਮੈਂ ਨਦੀ ਦੇ ਇਸ ਕਿਨਾਰੇ ਤੇ। ਫਾਸਲਾ ਜ਼ਿਆਦਾ ਸੀ, ਪਰ ਦੂਰੀਆਂ ਇੱਦਾਂ ਲੱਗਣ ਜਿਵੇਂ ਬਿਲਕੁਲ ਘੱਟ। ਮੈਂ ਪਹਿਲੀ ਵਾਰ ਉਸਦਾ ਚਿਹਰਾ ਦੇਖਿਆ ਸੀ। ਜ਼ਿਆਦਾ ਦੇਰ ਤੱਕ ਨਹੀਂ, ਉਹ ਸਿਰਫ ਉਸ ਪਾਰ 10 ਮਿੰਟ ਦੇ ਲਈ ਰੁਕੀ ਤੇ ਫਿਰ ਚਲੀ ਗਈ। ਮੈਂ ਇਸ ਕਿਨਾਰੇ ਬੈਠਣ ਸਿਰਫ ਉਸ ਨੂੰ ਨਿਹਾਰਦਾ ਹੀ ਰਿਹਾ। ਨਾ ਉਹ ਕੁਝ ਬੋਲ ਪਾਈ ਤੇ ਨਾ ਹੀ ਮੈਂ ਉਸ ਨੂੰ ਕੁਝ ਕਹਿ ਪਾਇਆ। ਅਗਲੇ ਦਿਨ ਜਦ ਮੈਂ ਸਕੂਲ ਦੇ ਲਈ ਤਿਆਰ ਹੁੰਨਾ ਤਾਂ ਮੇਰੇ ਜ਼ਿਹਨ ਦੇ ਵਿੱਚ ਸਿਰਫ ਉਸ ਦਾ ਖਿਆਲ ਸੀ। ਪਰ ਉਸ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਸੀ। ਨਾ ਹੀ ਉਹ ਮੇਰੇ ਧਰਮ ਦੀ ਸੀ ਤੇ ਨਾ ਹੀ ਉਸ ਦਾ ਮਜ਼ਹਬ ਸਾਡੀ ਜਾਤ ਵਾਲਿਆਂ ਨੂੰ ਕਬੂਲਦਾ। ਪਰ ਮੈਨੂੰ ਪਰਵਾਹ ਨਹੀਂ ਸੀ। ਸਾਡੀ ਬਸ ਇਸੇ ਤਰ੍ਹਾਂ ਰਾਹ ਚਲਦੀਆਂ ਹੀ ਨਜ਼ਰਾਂ ਮਿਲਦੀਆਂ ਸਨ, ਜਿਵੇਂ ਹਰ ਸਵੇਰ ਉਸ ਲਈ ਹੀ ਮੈਂ ਉਹ ਦਰਿਆ ਪਾਰ ਕਰਕੇ ਜਾਂਦਾ ਹੋਵਾਂ।
ਉਸ ਨਾਲ ਗੱਲ ਕਰਨ ਦਾ ਬੜਾ ਰਿਸਕ ਸੀ, ਪਰ ਕੋਸ਼ਿਸ਼ ਵੀ ਨਹੀਂ ਕਰ ਸਕਦਾ ਸੀ ਜਦ ਤੱਕ ਉਹ ਨਾ ਚਾਹੇ। ਅਸੀਂ ਜਦ ਵੀ ਇੱਕ ਦੂਜੇ ਨੂੰ ਦੇਖਿਆ ਤਾਂ ਬਸ ਉਸ ਕਿਨਾਰੇ ਤੇ ਮੈਂ ਇਸ ਕਿਨਾਰੇ ਤੇ। ਹੁਣ ਤੇ ਮੈਂ ਅਗਲੀ ਕਲਾਸ 'ਚ ਵੀ ਹੋ ਚੁੱਕਿਆ ਸੀ। ਮੇਰੀ ਮੁਹੱਬਤ ਉਸ ਲਈ ਪਾਕ ਸੀ, ਦਿਲ ਦੇ ਵਿੱਚ ਕੋਈ ਸ਼ੈਤਾਨੀ ਨਹੀਂ। ਇੱਕ ਦਿਨ ਉਹ ਮੇਰੇ ਸਕੂਲ ਦਿਖਾਈ ਦਿੱਤੀ। ਉਹ ਆਪਣੇ ਭਰਾ ਦੀ ਰੋਟੀ ਦੇਣ ਆਈ ਸੀ। ਮੈਨੂੰ ਪਤਾ ਲੱਗਾ ਕਿ ਉਸ ਦਾ ਛੋਟਾ ਭਰਾ ਮੇਰੇ ਹੀ ਸਕੂਲ 5ਵੀਂ ਦੇ ਵਿੱਚ ਪੜ੍ਹਦਾ। ਮੈਂ ਇੱਕ ਦਿਨ ਜਦੋਂ ਆਪਣੇ ਭਰਾ ਨੂੰ ਰੋਟੀ ਦੇਣ ਆਈ ਤੇ ਇਸ ਬਹਾਨੇ ਸਿਰ ਉਸ ਦੇ ਭਰਾ ਦੇ ਬੈਗ ਵਿੱਚ ਚਿੱਠੀ ਰੱਖ ਦਿੰਦਾ, ਜਿਸ ਨੂੰ ਉਹ ਲੈ ਕੇ ਉੱਥੋਂ ਚਲੀ ਜਾਂਦੀ ਹੈ। ਬਸ ਉਸ ਸਮੇਂ ਇਹੋ ਸਹੀ ਲੱਗਾ, ਨਹੀਂ ਤਾਂ ਸ਼ਾਇਦ ਉਸਦੀ ਕਦੇ ਮੇਰੇ ਨਾਲ ਗੱਲ ਹੀ ਨਾ ਹੋ ਪਾਉਂਦੀ। ਚਿੱਠੀ ਦੇ ਜ਼ਰੀਏ ਹੀ ਸਾਡਾ ਪਿਆਰ ਅੱਗੇ ਵਧਿਆ। ਪਤਾ ਲੱਗਾ ਕਿ ਉਸਦੇ ਮਾਪਿਓ ਨਹੀਂ ਹਨ ਤੇ ਉਹ ਤੇ ਉਸਦਾ ਭਰਾ ਚਾਚਾ ਚਾਚੀ ਦੇ ਘਰ ਰਹਿੰਦੇ ਨੇ। ਉਸਦਾ ਚਾਚਾ ਉਸਦਾ ਰਿਸ਼ਤਾ ਕਿਸੇ ਉੱਚੇ ਘਰਾਣੇ ਵਿੱਚ ਕਰਨ ਦੀ ਫਿਰਾਕ ਵਿੱਚ ਸੀ ਤਾਂ ਕਿ ਉਸਦੀ ਗਰੀਬੀ ਵੀ ਕੱਟੀ ਜਾਵੇ। ਪਰ ਮੈਨੂੰ ਸਬਰੀਨਾ ਕਿਸੇ ਵੀ ਹਾਲ ਦੇ ਵਿੱਚ ਚਾਹੀਦੀ ਸੀ। ਮੈਂ ਆਪਣੇ ਪਿਆਰ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦਾ ਸੀ। ਕਿੱਦਾਂ ਇੱਕ ਮਿੰਟ ਦੇ ਵਿੱਚ ਮੇਰੀ ਚਾਹਤ ਉਸ ਲਈ ਖਤਮ ਹੋ ਜਾਂਦੀ। ਉਹ ਸਿਰਫ ਮੇਰੀ ਸੀ। ਰਿਸਕ ਲੈਣਾ ਜ਼ਰੂਰੀ ਹੋ ਗਿਆ। ਇੱਕ ਦੂਜੇ ਨੂੰ ਨਾ ਮਿਲਣ ਦੇ ਬਾਵਜੂਦ ਵੀ ਅਸੀਂ ਇੱਕ ਦੂਜੇ ਦਾ ਦਰਦ ਅੱਖਾਂ ਦੇ ਵਿੱਚ ਹੀ ਪੜ੍ਹ ਲੈਂਦੇ। ਪਰ ਦੋਨਾਂ ਦੇਸ਼ਾਂ ਦੀਆਂ ਸਰਹੱਦਾਂ ਦੇ ਅੱਗੇ ਮੇਰੇ ਸਾਰੇ ਹਥਿਆਰ ਫਿੱਕੇ ਸਨ। ਜਾਂ ਤਾਂ ਮੈਂ ਉਸ ਨੂੰ ਭੁੱਲ ਜਾਵਾਂ ਜਾਂ ਉਹ ਮੈਨੂੰ ਛੱਡ ਕੇ ਦੂਰ ਕਿਤੇ ਚਲੀ ਜਾਵੇ। ਪਰ ਇਸ ਤਰ੍ਹਾਂ ਕਰਨ ਦੀ ਹਿੰਮਤ ਚਾਹੀਦੀ ਸੀ। ਇਸੇ ਤਰ੍ਹਾਂ ਕੁਝ ਮਹੀਨੇ ਹੋਰ ਨਿਕਲ ਗਏ। ਮੇਰੀ 12ਵੀਂ ਦੀ ਪੜ੍ਹਾਈ ਵੀ ਖਤਮ ਹੋਣ ਵਾਲੀ ਸੀ। ਫਿਰ ਦੂਜੇ ਪਾਰ ਜਾਣਾ, ਇਸ ਦਾ ਤਾਂ ਕੋਈ ਮਤਲਬ ਹੀ ਨਹੀਂ ਸੀ, ਕਿਉਂਕਿ ਮੈਨੂੰ ਪਾਸ ਸਿਰਫ ਉੱਥੇ ਸਕੂਲ ਜਾਣ ਦੇ ਲਈ ਮਿਲਦਾ ਸੀ। ਉਹ ਬੜੀ ਮੁਸ਼ਕਿਲ ਦੀ ਘੜੀ ਸੀ, ਇੰਤਜ਼ਾਰ ਕਰਨਾ ਔਖਾ। ਇੱਕ ਦਿਨ ਮੈਂ ਸਬਰੀਨਾ ਨੂੰ ਘਰਦਿਆਂ ਤੋਂ ਚੋਰੀ ਸ਼ਾਮ ਵੇਲੇ ਨਦੀ ਕਿਨਾਰੇ ਇੰਤਜ਼ਾਰ ਕਰਨ ਦੇ ਲਈ ਕਹਿਣਾ। ਮੈਂ ਉਸ ਦਿਨ ਸਕੂਲ ਤਾਂ ਗਿਆ ਸੀ, ਪਰ ਸਕੂਲ ਤੋਂ ਵਾਪਸ ਇਸ ਪਾਰ ਨਹੀਂ ਆਇਆ ਤੇ ਉੱਥੇ ਹੀ ਲੁੱਕ ਕੇ ਉਸ ਦਿਨ ਸਬਰੀਨਾ ਦਾ ਇੰਤਜ਼ਾਰ ਕੀਤਾ। ਅੱਜ ਦਿਲ ਦੇ ਵਿੱਚ ਪੱਕਾ ਇਰਾਦਾ ਕੀਤਾ ਸੀ ਕਿ ਸਬਰੀਨਾ ਦੇ ਨਾਲ ਗੱਲ ਜ਼ਰੂਰ ਕਰਨੀ ਹੈ ਕਿ ਜੇ ਅਸੀਂ ਇੱਕ ਹੋਣਾ ਚਾਹੁੰਦੇ ਹਾਂ ਤਾਂ ਉਸਨੂੰ ਰਿਸਕ ਲੈਣਾ ਹੀ ਪਵੇਗਾ। ਉਸ ਦਿਨ ਮੈਂ ਪਹਿਲੀ ਵਾਰ ਆਪਣੇ ਪਿਆਰ ਨੂੰ ਕੋਲੋਂ ਦੀ ਮਹਿਸੂਸ ਕੀਤਾ ਸੀ। ਉਸਦੀ ਚੁੱਪ ਆਵਾਜ਼ ਇਹ ਦੱਸ ਰਹੀ ਸੀ ਕਿ ਉਹ ਮੇਰੇ ਤੋਂ ਦੂਰ ਨਹੀਂ ਜਾਣਾ ਚਾਹੁੰਦੀ। ਮੈਂ ਉਸਨੂੰ ਬਸ ਅੰਤ ਤੱਕ ਮੇਰੇ ਆਉਣ ਦਾ ਇੰਤਜ਼ਾਰ ਕਰਨ ਦੇ ਲਈ ਕਹਿਣਾ। ਬਸ ਇਹ ਗੱਲ ਸੁਣੋ ਉੱਥੋਂ ਚਲੀ ਜਾਂਦੀ ਹੈ ਤੇ ਵਾਪਸੀ ਦੀ ਆਖਰੀ ਬੇੜੀ ਦੇ ਵਿੱਚ ਸਵਾਰ ਹੋ ਕੇ ਮੈਂ ਆਪਣੇ ਘਰ ਨੂੰ ਮੁੜ ਆਉਂਦਾ। ਉਸ ਦਿਨ ਮੇਰੇ ਘਰ ਦੇ ਵੀ ਚਿੰਤਾ ਦੇ ਵਿੱਚ ਸੀ ਕਿ ਪਤਾ ਨਹੀਂ ਕਿੱਥੇ ਰਹਿ ਗਿਆ ਹੋਵੇ। ਉਸ ਦਿਨ ਮੈਨੂੰ ਸ਼ਾਂਤ ਤੇ ਚੁੱਪ ਬੈਠਾ ਦੇਖ ਮੇਰੇ ਦਾਦੇ ਨੇ ਵੀ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕੀਤੀ। ਮੈਂ ਦੱਸਿਆ ਕਿ ਉਸ ਦੇ ਨਾਲ ਕੀ ਹੋ ਰਿਹਾ ਹੈ ਤਾਂ ਦਾਦੇ ਦਾ ਕਹਿਣਾ, ਜਲਦਬਾਜ਼ੀ ਦੇ ਵਿੱਚ ਗਲਤ ਕਦਮ ਨਹੀਂ ਚੁੱਕਣਾ, ਸਮਝਦਾਰੀ ਕਰ। ਜੇ ਤੇਰਾ ਪਿਆਰ ਪਾਕ ਹੈ ਤਾਂ ਜ਼ਰੂਰ ਰੱਬ ਵੀ ਕੋਸ਼ਿਸ਼ ਕਰੂ ਤੁਹਾਨੂੰ ਇੱਕ ਕਰਨ ਦੀ। ਅਗਲੇ ਦਿਨ ਸਕੂਲ ਜਾ ਉਸਦੇ ਭਰਾ ਦੇ ਬੈਗ ਵਿੱਚੋਂ ਮਿਲੀ ਚਿੱਠੀ ਤੋਂ ਪਤਾ ਚੱਲਦਾ ਹੈ ਕਿ ਉਸਦਾ ਰਿਸ਼ਤਾ ਉਸਦੇ ਚਾਚੇ ਨੇ ਪੱਕਾ ਕਰ ਦਿੱਤਾ ਹੈ ਤੇ ਅਗਲੇ ਮਹੀਨੇ ਹੀ ਉਹ ਪਰਦੇਸਨ ਹੋ ਜਾਵੇਗੀ। ਪਰ ਮੈਨੂੰ ਰੱਬ ਤੇ ਯਕੀਨ ਸੀ। ਉਸ ਰਾਤ ਦਿਲ ਦੇ ਵਿੱਚ ਬਵੰਡਰ ਮਚ ਰਹੀ ਸੀ। ਕੁਝ ਵੀ ਹੋ ਸਕਦਾ ਸੀ, ਪਰ ਮੈਂ ਕੁਝ ਨਹੀਂ ਕਰ ਸਕਦਾ। ਨਦੀ ਦੇ ਕੋਲ ਜ਼ਿਆਦਾ ਪੁਲਿਸ ਨਹੀਂ ਰਹਿੰਦੀ ਕਿਉਂਕਿ ਉਸ ਦਿਨ ਨਦੀ ਤੇ ਤੂਫਾਨ ਆਉਣ ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ। ਹੁਣ ਤਾਂ ਬੇੜੀ ਦੇ ਵਿੱਚ ਬੈਠ ਉਸ ਪਾਰ ਜਾਣਾ ਵੀ ਕੁਝ ਦਿਨ ਦੇ ਲਈ ਬੰਦ ਹੋ ਗਿਆ ਸੀ। ਸਮਝ ਨਹੀਂ ਆ ਰਹੀ ਸੀ ਕਿ ਸਬਰੀਨਾ ਤੱਕ ਮੈਂ ਕਿੱਦਾਂ ਪਹੁੰਚਾਂ। ਸਮਾਂ ਘੱਟ ਸੀ ਤੇ ਦੂਜਾ ਮੌਸਮ ਦਾ ਕਹਿਰ। ਇੱਕ ਰਾਤ ਅਜਿਹਾ ਵਾਪਰਿਆ ਜਿਹਦਾ ਅੰਦਾਜ਼ਾ ਵੀ ਨਹੀਂ ਲਗਾ ਪਾਇਆ ਸੀ ਮੈਂ। ਸਾਡਾ ਪਿੰਡ ਨਦੀ ਤੋਂ ਕੁਝ ਉਚਾਈ ਤੇ ਸੀ, ਪਰ ਸਬਰੀਨਾ ਦਾ ਪਿੰਡ ਨਦੀ ਦੇ ਬਰਾਬਰ ਹੀ ਸੀ। ਭਾਰੀ ਮੀਂਹ ਪੈਣ ਦੇ ਕਾਰਨ ਨਹਿਰ ਦਾ ਬੰਨ੍ਹ ਟੁੱਟਣ ਦੇ ਨਾਲ ਉਧਰਲੇ ਬੰਨੇ ਹੜ੍ਹ ਆ ਗਿਆ। ਕਈ ਪਿੰਡਾਂ ਦੇ ਪਿੰਡ ਤਬਾਹ ਹੋ ਗਏ। ਕੋਈ ਉਹਨਾਂ ਪਿੰਡਾਂ ਦੇ ਵੱਲ ਜਾ ਨਹੀਂ ਰਿਹਾ ਸੀ। ਖਬਰਾਂ ਸੁਣ ਪਤਾ ਚੱਲਿਆ ਕਿ ਉਸ ਪਿੰਡ ਦਾ ਇੱਕ ਵੀ ਆਦਮੀ ਨਹੀਂ ਬਚਿਆ। ਇਸ ਕੁਦਰਤੀ ਕਹਿਰ ਦੇ ਵਿੱਚ ਇਹ ਸੁਣ ਰਿਹਾ ਨਹੀਂ ਗਿਆ। ਮੈਂ ਨਦੀ ਨੂੰ ਤੈਰ ਕੇ ਪਾਰ ਕਰ ਸਬਰੀਨਾ ਦੀ ਤਲਾਸ਼ ਦੇ ਵਿੱਚ ਨਿਕਲ ਜਾਣਾ। ਸਭ ਕੁਝ ਡੁੱਬਿਆ ਸੀ। ਲਾਸ਼ਾਂ ਤੈਰ ਰਹੀਆਂ ਸਨ। ਕੁਝ ਦਿਖਾਈ ਦੇ ਨਹੀਂ ਰਿਹਾ ਸੀ। ਉਸ ਪਾਣੀ ਦੇ ਨਾਲ ਭਰੇ ਇਲਾਕੇ ਦੇ ਵਿੱਚ ਸਬਰੀਨਾ ਨੂੰ ਲੱਭਣਾ ਬੜਾ ਮੁਸ਼ਕਿਲ ਸੀ। ਅਚਾਨਕ ਮੇਰੀ ਨਜ਼ਰ ਸਬਰੀਨਾ ਦੇ ਦੁਪੱਟੇ ਤੇ ਪੈਂਦੀ ਹੈ। ਉਹ ਕਿਸੇ ਘਰ ਦੀ ਛੱਤ ਦੇ ਉੱਤੋਂ ਲਟਕ ਰਿਹਾ ਸੀ। ਮੈਨੂੰ ਯਕੀਨ ਸੀ ਕਿ ਸ਼ਾਇਦ ਸਬਰੀਨਾ ਇੱਥੇ ਹੋਵੇ। ਬੜੀ ਮੁਸ਼ਕਿਲ ਦੇ ਨਾਲ ਜਦ ਕੋਠੇ ਤੱਕ ਪਹੁੰਚਿਆ ਤਾਂ ਦੇਖਿਆ ਖਾਮੋਸ਼ ਸਬਰੀਨਾ ਜਿਵੇਂ ਮੈਨੂੰ ਹੀ ਉਡੀਕ ਰਹੀ ਸੀ। ਮੈਨੂੰ ਦੇਖ ਉਸ ਦੀ ਜਾਨ ਦੇ ਵਿੱਚ ਜਾਨ ਆਈ। ਉਸਨੇ ਮੈਨੂੰ ਮੇਰੇ ਸ਼ਬਦ ਯਾਦ ਕਰਵਾਏ ਕਿ ਤੂੰ ਕਿਹਾ ਸੀ ਕਿ ਅੰਤ ਤੱਕ ਮੇਰਾ ਇੰਤਜ਼ਾਰ ਕਰੀ। ਤੇ ਉਸ ਦਿਨ ਲੱਗਾ ਕਿ ਆਪਣਾ ਪਿਆਰ ਮੁਕੰਮਲ ਹੋਣ ਦਾ ਸਮਾਂ ਆ ਚੁੱਕਾ। ਉਸ ਸਮੇਂ ਖਬਰਾਂ ਮੁਤਾਬਿਕ ਸਭ ਨੂੰ ਸੀ ਕਿ ਉਸ ਪਿੰਡ ਦਾ ਕੋਈ ਵੀ ਆਦਮੀ ਨਹੀਂ ਬਚਿਆ ਤੇ ਲਾਸ਼ਾਂ ਦੀ ਗਿਣਤੀ ਵੀ ਕਿੱਥੇ ਕੋਈ ਕਰ ਪਾਉਂਦਾ। ਸਬਰੀਨਾ ਨੇ ਉਸ ਹੜ੍ਹ ਦੇ ਵਿੱਚ ਆਪਣਿਆਂ ਨੂੰ ਗਵਾ ਦਿੱਤਾ ਸੀ। ਮੈਂ ਆਪਣੇ ਤੇ ਭਰੋਸਾ ਕਰ ਉਸਨੂੰ ਆਪਣੇ ਨਾਲ ਚੋਰੀ ਨਦੀ ਪਾਰ ਕਰ ਲਿਆਉਂਦਾ ਤੇ ਅੱਗੇ ਦੀ ਮੇਰੀ ਮਦਦ ਮੇਰੇ ਦਾਦਾ ਜੀ ਕਰਦੇ ਨੇ। ਉਸ ਦਿਨ ਤੋਂ ਬਾਅਦ ਮੈਂ ਤੇ ਸਬਰੀਨਾ ਇੱਕ ਹੋ ਗਏ। ਇਸ ਕਿੱਸੇ ਨੂੰ ਬੀਤੇ ਪੂਰੇ 50 ਸਾਲ ਹੋ ਚੁੱਕੇ ਨੇ। ਸਾਡੀ ਕਹਾਣੀ ਹੁਣ ਸਾਡੇ ਬੱਚੇ ਵੀ ਸੁਣਦੇ ਨੇ।
ਤੇ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਕਹਾਣੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ। ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਜਿਸ ਨੂੰ ਤੁਸੀਂ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ love23land@gmail.com ਤੇ ਮੇਲ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਸਬਸਕ੍ਰਾਈਬ ਕਰੋ ਤੇ ਹਾਂ ਰੈਡ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਸੀਂ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਪਾ ਸਕੋ। ਮੇਰੀਆਂ ਕਹਾਣੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਆਪਣੇ ਪਰਿਵਾਰ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਣ ਜਾਓ ਲਵ 23 ਲੈਂਡ ਫੈਮਿਲੀ ਦਾ ਹਿੱਸਾ। ਲਵ 23 ਲੈਂਡ ਦਿਲ ਸੇ ਬਾय नीलू।